ਧੰਨ ਵਾਹਿਗੁਰੂ ਸਾਹਿਬ ਜੀ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਧੰਨ ਵਾਹਿਗੁਰੂ ਸਾਹਿਬ ਜੀ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਸ਼ਬਦ ਗੁਰੂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਬੈਠੇ ਸਤਿਕਾਰੇ ਵਡਭਾਗੇ ਸਤਸੰਗੀ ਜਨੋ, ਗੁਰਦੇਵ ਮਹਾਰਾਜ ਜੀ ਦੀ ਮੁਬਾਰਕ ਬਾਣੀ ਨੂੰ ਆਪ ਜੀ ਨੇ ਸੋਦਰ ਸਾਹਿਬ ਜੀ ਦੇ ਪਾਠ ਰੂਪ ਦੇ ਵਿੱਚ ਸ਼੍ਰਵਣ ਕੀਤਾ ਹੈ। ਸਤਿਕਾਰਯੋਗ ਹਜ਼ੂਰੀ ਜਥੇ ਨੇ ਗੁਰਬਾਣੀ ਸ਼ਬਦ ਕੀਰਤਨ ਆਪ ਜੀ ਨੂੰ ਸ਼੍ਰਵਣ ਕਰਾਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਬਾਰਕ ਸ਼ਬਦ ਦਰਜ ਹਨ ਅਤੇ ਗੁਰੂ ਮਹਾਰਾਜ ਜੀ ਨੇ ਦੋ ਦੋ ਪੰਕਤੀਆਂ ਦੇ ਮੁਬਾਰਕ ਸ਼ਲੋਕ ਵੀ ਉਚਾਰਨ ਕੀਤੇ ਨੇ। 57 ਸ਼ਲੋਕਾਂ ਦੀ ਚੱਲ ਰਹੀ ਲੜੀ ਦੇ ਵਿੱਚ 16 ਨੰਬਰ ਸ਼ਲੋਕ, ਜੋ ਕਿ ਬੜਾ ਮਕਬੂਲ ਹੈ, ਪ੍ਰਚਲਿਤ ਹੈ, ਗਾਹੇ ਬਗਾਹੇ ਵੀ ਅਸੀਂ ਇਸ ਦੀ ਮੁਬਾਰਕ ਪਾਠ ਕੀਰਤਨ ਸ਼੍ਰਵਣ ਕਰਦੇ ਹਾਂ। ਸੋ ਆਓ ਗੁਰੂਦੇਵ ਮਹਾਰਾਜ ਜੀ ਦੀ ਮੁਬਾਰਕ ਬਾਣੀ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂਦੇਵ ਮਹਾਰਾਜ ਜੀ ਨੇ ਇਸ ਮੁਬਾਰਕ ਸ਼ਲੋਕ ਦੇ ਵਿੱਚ ਗਿਆਨੀ ਦੀ ਵਿਆਖਿਆ ਕੀਤੀ ਹੈ, ਗਿਆਨੀ ਦੀ ਪਰਿਭਾਸ਼ਾ ਦੱਸੀ ਹੈ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਜਿੰਨੇ ਵੀ ਸ਼ਬਦ ਵਰਤੇ ਹਨ, ਭਾਵੇਂ ਸੰਤ ਸ਼ਬਦ ਹੈ, ਸਾਧ ਸ਼ਬਦ ਹੈ, ਬ੍ਰਹਮ ਗਿਆਨੀ ਸ਼ਬਦ ਹੈ। ਗੁਰੂ ਮਹਾਰਾਜ ਜੀ ਨੇ ਜੇ ਸਿੱਖ ਸ਼ਬਦ ਵਰਤੇ ਹੈ, ਗੁਰਸਿੱਖ ਸ਼ਬਦ ਵਰਤੇ ਹੈ, ਗੁਰਮੁਖ ਮਨਮੁਖ ਸ਼ਬਦ ਵਰਤੇ ਹੈ, ਸਾਕਤ ਸ਼ਬਦ ਦੀ ਵਰਤੋਂ ਕੀਤੀ ਹੈ, ਤੇ ਇਸੇ ਤਰੀਕੇ ਦੇ ਨਾਲ ਗਿਆਨੀ ਤੇ ਅਗਿਆਨੀ ਸ਼ਬਦ ਦੀ ਵੀ ਵਰਤੋਂ ਕੀਤੀ ਹੈ। ਗੁਰੂ ਮਹਾਰਾਜ ਜੀ ਨੇ ਸ਼ਬਦਾਵਲੀ ਦੇ ਨਾਲ ਨਾਲ ਉਹਦੀ ਵਿਚਾਰ, ਉਹਦੀ ਵਿਆਖਿਆ, ਉਹਦੀ ਪਛਾਣ ਵੀ ਬਿਆਨ ਕੀਤੀ ਹੈ। ਸਮਾਜ ਦੇ ਵਿੱਚ ਸ਼ਬਦ ਤਾਂ ਪ੍ਰਚਲਿਤ ਹੁੰਦੇ ਹੀ ਨੇ, ਔਰ ਬੜੇ ਚਿਰਾਂ ਤੋਂ ਸ਼ਬਦਾਵਲੀ ਤੁਰਦੀ ਆਉਂਦੀ ਹੈ। ਅਸੀਂ ਤੁਸੀਂ ਇੱਕ ਦੂਜੇ ਦਾ ਇਸੇ ਕਰਕੇ ਨਾਮ ਮੁਕਰਰ ਕਰਦੇ ਹਾਂ। ਜੰਮਦੇ ਹੋਏ ਬੱਚੇ ਦਾ ਮਾਪੇ ਵੀ ਨਾਂ ਤਾਂ ਹੀ ਰੱਖਦੇ ਨੇ
ਉਹਦੀ ਕੁਝ ਆਇਡੈਂਟੀਟੀ ਕਾਇਮ ਹੋਵੇ, ਪਹਿਚਾਣ ਬਣੇ। ਪਹਿਚਾਣ ਵਾਸਤੇ ਹੀ ਅਸੀਂ ਨਾਮੜੇ ਰੱਖਦੇ ਹਾਂ, ਭਾਵੇਂ ਪਸ਼ੂ ਪੰਛੀਆਂ ਦੇ ਰੱਖੀਏ, ਦਰਖਤਾਂ ਦੇ, ਵਨਸਪਤੀ ਦੇ, ਫੁੱਲਾਂ ਦੇ ਨਾਮ ਮੁਕਰਰ ਕੀਤੇ ਜਾਂਦੇ ਨੇ, ਤਾਂ ਕਿ ਜਦੋਂ ਅਸੀਂ ਇੱਕ ਦੂਜੇ ਨਾਲ ਬੈਠ ਕੇ ਕਿਸੇ ਵੀ ਫੁੱਲ ਦਾ ਨਾਂ ਲਈਏ ਤੇ ਸਾਡੀ ਸੋਚ ਵਿੱਚ ਉਹ ਫੁੱਲ ਜ਼ਾਹਰ ਹੋ ਜਾਏ ਕਿ ਗੱਲ ਕਿਹਦੀ ਚੱਲ ਰਹੀ ਹੈ। ਜੇ ਕੋਈ ਗੁਲਾਬ ਦਾ ਨਾਂ ਲਏਗਾ ਤੇ ਉਹਦੇ ਮਾਈਂਡ ਦੇ ਵਿੱਚ ਗੁਲਾਬ ਦੇ ਉਸ ਸਰੂਪ ਨੇ ਆਪਣੇ ਆਪ ਨੂੰ ਹੀ ਜ਼ਾਹਰ ਹੋ ਜਾਣਾ ਹੈ। ਜੇ ਤੁਸੀਂ ਸ਼ੇਰ ਸ਼ਬਦ ਕਹੋਗੇ ਤਾਂ ਸ਼ੇਰ ਜਾਨਵਰ, ਪਸ਼ੂ ਕਿੱਦਾਂ ਦਾ ਹੁੰਦਾ ਹੈ, ਕੀ ਕਰਦਾ ਹੈ, ਉਹਦਾ ਸੁਭਾਅ ਕੀ ਹੈ, ਉਹ ਰਹਿੰਦਾ ਕਿੱਥੇ ਹੈ, ਇਹ ਆਪਣੇ ਆਪ ਦੇ ਵਿੱਚ ਅੰਦਰ ਵਿਆਖਿਆ ਚੱਲਣ ਲੱਗ ਪਏਗੀ। ਸੋ ਇਸੇ ਤਰੀਕੇ ਦੇ ਨਾਲ ਸੂਰਜ, ਚੰਦਰਮਾ, ਤਾਰੇ, ਧਰਤੀ, ਆਕਾਸ਼, ਪੌਣ, ਪਾਣੀ, ਜੋ ਕੁਝ ਵੀ ਹੈ, ਇਹਨਾਂ ਦੇ ਨਾਮ ਮਿੱਥੇ ਗਏ ਔਰ ਨਾਮ ਦੇ ਪਿੱਛੇ ਉਹਦੀ ਤਾਸੀਰ, ਉਹਦਾ ਕੰਮ, ਉਹਦਾ ਆਕਾਰ, ਉਹਦਾ ਸਰੂਪ, ਉਹਦਾ ਸੁਭਾਅ ਇਹ ਨਾਲ ਨਾਲ ਹੀ ਖੁੱਲ ਜਾਂਦਾ ਹੈ। ਸਿਰਫ ਇੱਕ ਵਰਡ ਦੇ ਪਿੱਛੇ, ਇੱਕ ਸ਼ਬਦ ਦੇ ਪਿੱਛੇ। ਇਸੇ ਤਰੀਕੇ ਨਾਲ ਜਦੋਂ ਅਸੀਂ ਗੁਰੂ ਲਫ਼ਜ਼ ਕਹਿੰਦੇ ਹਾਂ ਤੇ ਸਾਨੂੰ ਸਮਝ ਆਉਂਦਾ ਕਿ ਵੀ ਗੁਰੂ ਕੀ ਹੈ। ਜਦੋਂ ਆਪਾਂ ਕਹਿੰਦੇ ਹਾਂ ਗੁਰੂ ਸ਼ਬਦ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਤੇ ਉਸ ਵਰਡ ਦੇ ਪਿੱਛੇ ਕਿੰਨੀ ਵੱਡੀ ਫਿਲਾਸਫੀ ਆ ਕੇ ਖੜ ਜਾਂਦੀ ਹੈ ਕਿ ਬਾਣੀ ਹੈ ਕੀ ਚੀਜ਼ ਹੈ, ਉਹਨੂੰ ਗੁਰੂ ਕਿੰਨੇ ਕਿਹਾ ਹੈ, ਬਾਣੀ ਕੌਣ ਪੜ੍ਹਦਾ, ਕੌਣ ਮੰਨਦਾ, ਮੰਨਣ ਵਾਲੇ ਨੂੰ ਫਿਰ ਕੀ ਕਿਹਾ ਜਾਂਦਾ ਹੈ। ਸੋ ਆਪਣੇ ਆਪ ਦੇ ਵਿੱਚ ਇੱਕ ਵਿਆਖਿਆ ਪ੍ਰਣਾਲੀ ਬਣਦੀ ਹੈ। ਇਸੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਜੀ ਨੇ ਸੰਤ ਸ਼ਬਦ ਦੀ ਅਗਰ ਬਾਣੀ 'ਚ ਵਰਤੋਂ ਕੀਤੀ ਹੈ ਤੇ ਉਹ ਕਿਸੇ ਸ਼ਖਸੀਅਤ ਨੂੰ ਬਿਆਨ ਕਰਦੀ ਹੈ ਕਿ ਸੰਤ ਕੀ ਹੈ। ਪਰ ਮੈਨੂੰ ਖਿਮਾ ਕਰਿਓ, ਸਾਨੂੰ ਸ਼ਬਦ, ਸਾਨੂੰ ਅੱਖਰ, ਸਾਨੂੰ ਨਾਮ ਤਾਂ ਚੰਗਾ ਲੱਗਦਾ ਹੀ ਹੈ। ਅਸੀਂ ਉਹ ਸੰਤ ਸ਼ਬਦ ਜਣੇ ਖਣੇ ਨਾਲ ਲਾਉਂਦੇ ਵੇਖਦੇ ਹਾਂ ਜਾਂ ਲਾ ਦਿੰਦੇ ਹਾਂ ਆਪਣੇ ਵੱਲੋਂ, ਫਲਾਣੇ ਸੰਤ ਨੇ, ਮਹਾਂਪੁਰਖ ਨੇ, ਪਹੁੰਚੇ ਹੋਏ ਨੇ, ਇੱਥੋਂ ਤੱਕ ਬ੍ਰਹਮ ਗਿਆਨੀ ਵੀ ਕਹਿ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦਾਵਲੀ ਜ਼ਰੂਰ ਆਈ ਹੈ, ਪਰ ਕਿਸੇ ਦੇ ਨਾਮ ਨਾਲ ਫਿੱਟ ਕਰਨ ਵਾਸਤੇ ਨਹੀਂ ਆਈ ਕਿ ਕਿਸੇ ਦੇ ਨੇਮ ਤੋਂ ਪਹਿਲਾਂ ਜਾਂ ਨਾਮ ਤੋਂ ਬਾਅਦ ਇਹ ਲਕਬ, ਇਹ ਲਫ਼ਜ਼ ਲਾ ਦਿੱਤਾ ਜਾਏ, ਇਸ ਕਰਕੇ ਇਹ ਲਫ਼ਜ਼ ਯੂਜ਼ ਹੋਇਆ ਹੋਵੇ। ਗੁਰੂ ਮਹਾਰਾਜ ਨੇ ਜੇ ਗੁਰਮੁਖ ਸ਼ਬਦ ਆਖਿਆ, ਸਿੱਖ ਸ਼ਬਦ ਆਖਿਆ, ਤੇ ਜ਼ਰੂਰੀ ਨਹੀਂ ਜਿਹਦੇ ਨਾਲ ਲੱਗੇਗਾ ਉਹੀ ਗੁਰਮੁਖ ਹੈ। ਜਿਹਦਾ ਨਾਮ ਹੋਰ ਹੀ ਕੁਝ ਹੋਵੇ, ਅੰਮ੍ਰਿਤਪਾਲ ਸਿੰਘ ਹੈ, ਕੁਲਦੀਪ ਸਿੰਘ ਹੈ, ਕੋਈ ਵੀ ਨਾ ਹੋਵੇ, ਜਾਂ ਕੋਈ ਕੌਰ ਹੈ, ਉਹਨੂੰ ਹੁਣ ਗੁਰਮੁਖ ਕੋਈ ਨਾਂ ਦੇ ਨਾਲ ਲਿਖੇ ਤਾਂ ਉਹ ਗੁਰਮੁਖ ਬਣੇ, ਅਜਿਹਾ ਨਹੀਂ। ਮਹਾਰਾਜ ਨੇ ਆਖਿਆ ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦਾ ਆਪ ਵਿਛੋੜਿਆ ਆਪ ਮਿਲਾਇਆ। ਗੁਰਮੁਖ ਲਾਦਾ, ਗੁਰਮੁਖ ਉਹ ਹੈ ਜਿਹੜਾ ਲੱਭਦਾ, ਜਿਹਨੇ ਲੱਭ ਲਿਆ। ਗੁਰਮੁਖ ਦਾ ਆਖਰੀ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ ਗੁਰੂ ਵੱਲ ਮੁਖ ਕਰਨ ਵਾਲਾ, ਤੇ ਗੁਰਮੁਖ ਕਿਤੇ ਵੀ ਆਇਆ ਕਿ ਗੁਰੂ ਦੇ ਰਾਹੀਂ, ਗੁਰੂ ਦੇ ਜਰੀਏ। ਇਸੇ ਤਰੀਕੇ ਨਾਲ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗਿਆਨੀ ਸ਼ਬਦ ਦੀ ਵਰਤੋਂ ਵੀ ਮਹਾਰਾਜ ਨੇ ਬਾਣੀ ਦੇ ਵਿੱਚ ਬੇਅੰਤ ਥਾਂ ਤੇ ਕੀਤੀ ਹੈ ਕਿ ਗਿਆਨੀ ਕੀ ਹੈ। ਇਹ ਗਿਆਨ ਤੋਂ ਬਣਿਆ ਹੋਇਆ ਸ਼ਬਦ ਗਿਆਨੀ ਬਣਿਆ ਅਸਲ 'ਚ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕੱਲਾ ਸ਼ਬਦ ਗਿਆਨ ਉਹ ਬਾਹਰੀ ਕਿਤਾਬਾਂ ਦੀ ਨੌਲੇਜ ਲਈ ਨਹੀਂ ਆਇਆ ਕਿ ਜਿੰਨੇ ਕੋਈ 4 ਕਿਤਾਬਾਂ ਪੜ੍ਹੀਆਂ ਨੇ, ਜਿਹਨੂੰ ਨੌਲੇਜ ਹੈ, ਜਿੰਨੇ ਕੋਈ ਡਿਗਰੀ ਲਈ ਹੈ, ਕੋਈ PhD ਕੀਤੀ ਹੈ, ਅਸੀਂ ਕਵਾਂਗੇ ਇਹਦੇ ਕੋਲ ਗਿਆਨ ਦਾ ਭੰਡਾਰ ਹੈ ਜੀ, ਬੜਾ ਇੰਨੇ ਗਿਆਨ ਦੇ ਉੱਤੇ ਹੀ ਸਾਰਾ ਜੀਵਨ ਲਾਇਆ ਹੈ, ਇਹ ਗਿਆਨੀ ਹੈ। ਗੁਰੂ ਮਹਾਰਾਜ ਕਹਿੰਦੇ ਨਹੀਂ, ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਗਿਆਨੀ ਦਾ ਭਾਵ ਹੁੰਦਾ ਜਿਹੜਾ ਸੁਚੇਤ ਹੈ। ਗਿਆਨ ਦਾ ਭਾਵ ਹੈ ਸੂਝ ਆ ਜਾਣੀ, ਸਮਝ। ਇਹ ਸਮਝ ਆਉਣੀ ਸੱਚ ਕੀ ਹੈ ਤੇ ਝੂਠ ਕੀ ਹੈ, ਇਹਦੇ 'ਚ ਨਬੇੜਾ ਕਰਨ ਵਾਲਾ, ਸੂਝਵਾਨ, ਜਿਹਨੂੰ ਇਸ ਗੱਲ ਦੀ ਸਮਝ ਪੈ ਜਾਏ ਕਿ ਇਹ ਜੀਵਨ ਕਿਉਂ ਮਿਲਿਆ, ਕਾਹਦੇ ਲਈ ਹੈ, ਇਹਦੇ ਨਾਲ ਕੀਤਾ ਕੀ ਜਾ ਸਕਦਾ, ਸਮਾਜ ਵਿੱਚ ਇਰਦ ਗਿਰਦ ਚੱਲਦਾ ਕੀ ਹੈ, ਅਕਾਲ ਪੁਰਖ ਕੀ ਹੈ, ਉਹਦੀ ਕੁਦਰਤ ਕੀ ਹੈ, ਉਹਦੇ ਕਾਇਦੇ ਕਾਨੂੰਨ ਤੇ ਨਿਯਮ ਕੀ ਕਹਿੰਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ, ਇਹ ਅੰਦਰ ਗੱਲ ਖੁੱਲ ਜਾਣੀ, ਸੂਝ-ਬੂਝ ਆ ਜਾਣੀ ਕਿ ਜਿਵੇਂ ਮੈਂ ਮਾਨ ਸਨਮਾਨ ਚਾਹੁੰਦਾ, ਦੂਜਾ ਵੀ ਮਨੁੱਖ ਮੇਰੇ ਵਰਗਾ ਬਣਿਆ, ਉਹ ਵੀ ਉਨੀ ਹੀ ਕਦਰ ਚਾਹੁੰਦਾ ਹੈ, ਉਹ ਵੀ ਉਨਾ ਹੀ ਸਨਮਾਨ ਭਾਲਦਾ ਹੈ।
ਜਿਵੇਂ ਮੇਰੀਆਂ ਜ਼ਰੂਰਤਾਂ ਮੈਨੂੰ ਹਮੇਸ਼ਾ ਦੜਾਉਂਦੀਆਂ ਨੇ, ਮੇਰੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਸਾਹਮਣੇ ਵਾਲੇ ਦੀਆਂ ਵੀ ਹੂਬਹੂ ਉੱਦਾਂ ਹੀ ਨੇ, ਉਹਨੂੰ ਵੀ ਇੱਦਾਂ ਹੀ ਮਹਿਸੂਸ ਹੁੰਦਾ ਹੋਏਗਾ। ਜਦੋਂ ਇਹ ਗੱਲ ਦੀ ਸੂਝ ਆ ਜਾਏ ਨਾ, ਗਿਆਨ ਆ ਜਾਏ, ਉਦੋਂ ਬੰਦਾ ਆਪਣੀਆਂ ਜ਼ਰੂਰਤਾਂ ਦਾ ਢੇਰ ਲਾਉਣ ਲਈ ਦੂਜਿਆਂ ਦੀਆਂ ਜ਼ਰੂਰਤਾਂ ਤੇ ਡਾਕਾ ਨਹੀਂ ਮਾਰੇਗਾ। ਉਹਨੂੰ ਸਮਝ ਆ ਜਾਏਗੀ, ਉਹਦੀ ਸੂਝ ਵਿੱਚ ਵਿਕਾਸ ਹੋ ਚੁੱਕਾ ਹੋਏਗਾ। ਉਹ ਆਪਣੇ ਅੰਦਰ ਹੀ ਉਸ ਵਿਚਾਰ ਨੂੰ ਜਿਉਂ ਰਿਹਾ ਹੋਏਗਾ ਕਿ ਆਖਿਰ ਹਰੇਕ ਹੀ ਮਨੁੱਖ, ਹਰ ਜੀਵ ਕਰਤੇ ਵਾਹਿਗੁਰੂ ਦੀ ਘਾੜਤ ਹੈ, ਉਹਦੀ ਪੈਦਾਇਸ਼ ਹੈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੈ, ਨਾ ਕਛ ਪੋਚ ਕੁਮਾਰੈ। ਪੋਚ ਦਾ ਅਰਥ ਹੁੰਦਾ ਘਾਟ, ਕਮੀ। ਨਾ ਤੇ ਮਿੱਟੀ ਵਿੱਚ ਕਮੀ ਹੈ ਤੇ ਨਾ ਘੁਮਿਆਰ 'ਚ ਕਮੀ ਹੈ, ਨਾ ਉਹਦੀ ਬਣਤਰ ਦੇ ਵਿੱਚ ਘਾਟ ਹੈ। ਇਹ ਗੱਲ ਦੀ ਸਮਝ ਪੈ ਜਾਣੀ, ਸੂਝ ਆ ਜਾਣੀ ਕਿ ਉਹਦੇ ਵਿੱਚ ਫਰਕ ਕੋਈ ਨਹੀਂ ਹੈਗਾ, ਮਿੱਟੀ ਹੋਈ ਇੱਕ ਹੈ। ਹੁਣ ਘੁਮਿਆਰ ਇੱਕੋ ਹੀ ਮਿੱਟੀ ਚਾਕ ਤੇ ਰੱਖ ਕੇ ਜਦੋਂ ਪੂਰਨ ਮਿੱਟੀ ਉਹ ਗੁਣਦਾ, ਤਿਆਰ ਕਰਦਾ, ਉਹ ਕਿਸੇ ਮਿੱਟੀ ਦਾ ਚੁਆਇਸ ਨਾਲ ਭਾਂਡਾ ਬਣਾ ਸਕਦਾ ਹੈ, ਮਟਕਾ ਬਣਾ ਦੇਗਾ, ਉਹ ਪਾਣੀ ਭਰਨ ਦੇ ਕੰਮ ਆਏਗਾ। ਉਸੇ ਮਿੱਟੀ ਵਿੱਚੋਂ ਉਹਨੇ ਜੱਗ ਬਣਾ ਦੇਣਾ, ਪਲੇਟ ਬਣਾ ਦੇਣੀ ਹੈ, ਉਹਨੇ ਗੁਲਦਸਤਾ ਸਾਂਭਣ ਲਈ ਕੋਈ ਆਕਾਰੀ ਭਾਂਡਾ ਬਣਾ ਦੇਣਾ। ਮਿੱਟੀ ਤੇ ਇੱਕੋ ਹੀ ਹੈ ਨਾ, ਬਣਾਉਣ ਵਾਲੇ ਦੀ ਚੋਇਸ ਹੈ, ਉਹਨੇ ਲੋੜ ਦੇ ਅਕੋਰਡਿੰਗ ਕਿੰਨੀ ਕਿਹੜੀ ਚੀਜ਼ ਬਣਾਉਣੀ ਹੈ। ਹੁਣ ਘਾਟਵਾਦ ਕੁਝ ਵੀ ਨਹੀਂ ਹੈਗਾ। ਜਿੱਥੇ ਆਪਣੇ ਆਪ ਦੇ ਵਿੱਚ ਇੱਕ ਪਲੇਟ ਦੀ ਵੈਲਿਊ, ਉੱਥੇ ਨਾਲ ਕੌਲੀ ਦੀ, ਚਿਮਚੇ ਦੀ ਵੀ ਉਨੀ ਹੋਈ ਵੈਲਿਊ ਹੈ। ਉਹਦੀ ਆਪਣੀ ਜ਼ਰੂਰਤ ਹੈ, ਉਹਦੇ ਬਗੈਰ ਵੀ ਨਹੀਂ ਸਰ ਰਿਹਾ। ਇਸ ਕਰਕੇ ਮਹਾਰਾਜ ਨੇ ਆਖਿਆ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ। ਭਾਂਤ ਦਾ ਅਰਥ ਹੈ ਵੱਖਰੇ ਵੱਖਰੀ ਵੈਰਾਈਟੀ। ਉਹਨੇ ਬੇਅੰਤ ਰੂਪ ਦਿੱਤੇ ਹੋਏ ਨੇ। ਕੋਈ ਕਾਲੀ ਚਮੜੀ ਦਾ ਹੈ, ਕੋਈ ਚਿੱਟੀ ਚਮੜੀ ਦਾ ਹੈ, ਕੋਈ ਛੋਟੇ ਕੱਦ ਦਾ ਹੈ, ਕੋਈ ਲੰਮੇ ਆਕਾਰ ਦੇ ਵਿੱਚ ਹੈ, ਕੋਈ ਭਰਕਮ ਹੈ, ਕੋਈ ਪਤਲਾ ਹੈ। ਇਹ ਵੱਖ-ਵੱਖ ਬੋਲੀਆਂ ਦੇ ਵਿੱਚ ਅੰਤਰ ਨੇ, ਉਹਨਾਂ ਦੇ ਨੈਣ ਨਕਸ਼ ਦੇ ਵਿੱਚ ਫਰਕ ਹੈ, ਰੂਪ ਰੰਗ, ਨਸਲ ਵੱਖਰੀ ਕਹਿ ਲਓ ਜਾਂ ਖਿੱਤਾ ਵੱਖਰਾ ਹੈ, ਉਹਦੇ ਜਨਮ ਦਾ ਨਾਲ ਕਾਰਨ ਜੁੜਿਆ ਹੋਇਆ ਹੈ। ਪਰ ਜਦੋਂ ਅਸੀਂ ਜਾਤਾਂ ਦੇ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ, ਉਦੋਂ ਅਸੀਂ ਮਿੱਟੀ ਦੇ ਵਿੱਚ ਇੱਕ ਫਰਕ ਪਾ ਲਿਆ। ਮਹਾਰਾਜ ਨੇ ਆਖਿਆ ਗਿਆਨ ਤੇ ਇਸੇ ਗੱਲ ਦਾ ਹੀ ਲੈਣਾ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ, ਗੁਰੂ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਨਾਲ, ਸਿੱਖਿਆ ਨਾਲ ਉਹ ਜੋਤ ਪ੍ਰਗਟ ਹੋ ਸਕਦੀ ਹੈ, ਜ਼ਾਹਰ ਹੋ ਸਕਦੀ ਕਿ ਜੋ ਮੇਰੇ ਅੰਦਰ ਹੈ ਤੇ ਸਾਹਮਣੇ ਵਾਲੇ ਦੇ ਅੰਦਰ ਵੀ ਉਹੀ ਹੈ। ਹਰੇਕ ਦੇ ਅੰਦਰ ਉਹਦੀ ਜੋਤ ਦਾ ਹੀ ਤਾਂ ਪ੍ਰਕਾਸ਼ ਹੈ, ਉਹਦੀ ਜੋਤ ਹੀ ਤਾਂ ਹੈ। ਜੋ ਜਾਤ में जोत, जोत में जाता, ਅਕਲ ਕਲਾ ਭਰਪੂਰ ਹੈ। ਹਰ ਇੱਕ ਦੇ ਅੰਦਰ ਉਹਦੀ ਜਾਤ, ਉਹਦੀ ਜੋਤ ਹੈ। ਇਹ ਅੰਤਰ ਮੁੱਕ ਜਾਏਗਾ ਜਦੋਂ ਬੰਦੇ ਨੂੰ ਇਹ ਗੱਲ ਸਮਝ ਪੈਣ ਲੱਗ ਪਏਗੀ। ਫਿਰ ਉਹ ਕਹੇਗਾ ਪੁੱਛੋ ਜੋਤ, ਜਾਣੋ ਜੋਤ, ਨਾ ਪੁੱਛੋ ਜਾਤੀ। ਅੱਗੇ ਜਾਤ ਨਾ ਹੈ। ਉਹ ਕਹੇਗਾ ਜੋਤ ਵੱਲ ਧਿਆਨ ਦੇਵੋ, ਜਾਤ ਨੂੰ ਨਾ ਵੇਖੋ। ਜਾਤ ਨੀਵੀਂ ਜਾਂ ਵੱਡੀ ਨਹੀਂ ਹੁੰਦੀ, ਬੰਦੇ ਦਾ ਕਰਮ ਨੀਵਾਂ ਜਾਂ ਵੱਡਾ ਉਹਨੂੰ ਬਣਾਉਂਦਾ। ਉੱਤਮ ਸੇ ਦਰ ਉੱਤਮ ਕਹੀਏ, ਨੀਚ ਕਰਮ ਬਹਿ ਰੋਏ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੀ ਨਿਆਰੀ ਫਿਲਾਸਫੀ ਹੈ। ਜਿਸ ਸਮੇਂ ਮਹਾਰਾਜ ਇਹ ਗੱਲਾਂ ਕਰ ਰਹੇ ਸਨ, ਭਗਤ ਸਾਹਿਬਾਨ ਕਹਿ ਰਹੇ ਸਨ, ਉਸ ਵੇਲੇ ਜਾਤ ਦਾ ਕੋੜ ਭਾਰਤੀ ਲੋਕਾਂ ਦੇ ਜ਼ਿਹਨ ਦੇ ਵਿੱਚ ਸੀ। ਇਸ ਕੋੜ ਦੇ ਨਾਲ ਰੋਗੀ ਹੋਏ ਪਏ ਸਨ। ਹਰ ਬੰਦਾ ਰੋਗੀ ਕੀਤਾ ਹੋਇਆ ਸੀ ਅਗਲਿਆਂ ਨੇ। ਛੂਤ ਦੀ ਬਿਮਾਰੀ ਬਣ ਚੁੱਕੀ ਹੈ। ਜਿਵੇਂ ਇੱਕ ਤੋਂ ਦੂਜੇ ਦੇ ਨਾਲ ਬੰਦਾ ਹੌਲੀ ਹੌਲੀ ਇਹ ਵਾਇਰਸ ਫੈਲਾਉਂਦਾ ਇੱਕ ਦੂਜੇ ਨੂੰ। ਪਰ ਭਗਤਾਂ ਨੇ, ਗੁਰੂ ਮਹਾਰਾਜ ਨੇ ਜਦੋਂ ਵਿਚਾਰਾਂ ਦਿੱਤੀਆਂ ਕਿ ਫਰਕ ਨਾ ਜਾਣੋ, ਅੰਤਰ ਨਾ ਸਮਝੋ ਇੱਕ ਦੂਸਰੇ ਦੇ ਅੰਦਰ, ਜਾਣੋ ਜੋਤ, ਜੋਤ ਨੂੰ ਜਾਣੋ, ਜਾਣੋ ਜੋਤ, ਨਾ ਪੁੱਛੋ ਜਾਤੀ, ਜਾਤ ਨਾ ਪੁੱਛੋ। ਇਹ ਗੱਲਾਂ ਕੋਈ ਛੋਟੀਆਂ ਨਹੀਂ ਸਨ। ਆਪਣੀ ਧੀ ਦਾ, ਆਪਣੇ ਪੁੱਤ ਦਾ ਵਿਆਹ ਕਰਨਾ ਹੋਵੇ, ਬੰਦਾ ਸਭ ਤੋਂ ਪਹਿਲਾਂ ਕਿਹੜੀ ਚੀਜ਼ ਨੂੰ ਮੁੱਖ ਰੱਖ ਰਿਹਾ? ਸਾਡੀ ਜਾਤ, ਸਾਡੀ ਬਿਰਾਦਰੀ ਦੇ ਵਿੱਚ ਜਨਮੇ ਹੋਏ ਬੱਚੇ ਨੂੰ ਅਸੀਂ ਆਪਣੇ ਘਰ ਲੈ ਕੇ ਆ ਸਕਦੇ ਹਾਂ ਜਾਂ ਆਪਣੀ ਧੀ ਤੋਰ ਸਕਦੇ ਹਾਂ।
ਉਹ ਜੋਤ ਤੇ ਨਹੀਂ ਨਾ ਵੇਖ ਰਿਹਾ, ਜਾਤ ਨੂੰ ਪਹਿਲ ਦੇ ਕੇ ਚੱਲ ਰਿਹਾ। ਹੁਣ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਤੁਸੀਂ ਵੇਖੋ, ਉਹਨਾਂ ਦੀਆਂ 2 ਬੱਚੀਆਂ ਨੇ, ਧੀਆਂ ਨੇ, 2 ਬੇਟੇ ਨੇ, 2 ਬੱਚੀਆਂ ਨੇ। ਗੁਰੂ ਮਹਾਰਾਜ ਜੀ ਨੇ ਜਦੋਂ ਆਪਣੀ ਬੱਚੀ ਦਾ ਆਨੰਦ ਕਾਰਜ ਕਰਾਉਣਾ ਹੈ, ਉਹਨੂੰ ਗ੍ਰਸਤੀ ਬਣਾਉਣਾ ਹੈ, ਬੱਚੀ ਦਾ ਆਨੰਦ ਕਾਰਜ ਹੋਣਾ ਹੈ, ਅਗਲੇ ਘਰ ਜਾਣਾ ਹੈ, ਤੇ ਗੁਰੂ ਅਮਰਦਾਸ ਮਹਾਰਾਜ ਜੀ ਹੁਣ ਆਪਣੀ ਜਾਤ ਜਾਂ ਆਪਣੀ ਬਰਾਦਰੀ ਦੇ ਲੋਕਾਂ ਦੇ ਵਿੱਚ ਥੋੜਾ ਕਿਸੇ ਨੂੰ ਤੁਰਦੇ ਨੇ ਕਿ ਜਾਓ ਕੋਈ ਬੱਚੇ ਦੀ ਭਾਲ ਕਰੋ, ਕੋਈ ਜਾਤ ਵਾਲਾ ਬੱਚਾ ਲੱਭੋ ਜੋ ਸਾਡੇ ਮੈਚ ਦਾ ਹੋਵੇ, ਸਾਡੇ ਕੱਦ ਦਾ ਹੋਵੇ। ਬੀਬੀ ਭਾਨੀ ਜੀ ਦਾ ਆਨੰਦ ਕਾਰਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਦੇ ਨਾਲ ਕੀਤਾ। ਜਾਤ ਵੇਖ ਕੇ ਥੋੜਾ ਕੀਤਾ, ਜਾਣੋ ਜੋਤ ਨਾ ਪੁੱਛੋ ਜਾਤੀ। ਉਹਦੀ ਲਿਆਕਤ ਵੇਖੀ ਗਈ, ਉਹਦੇ ਗੁਣ ਵੇਖੇ ਗਏ। ਤੁਸੀਂ ਆਮ ਇਹ ਸਾਖੀ ਸੁਣੀ ਹੋਈ ਹੈ ਕਿ ਜਿਸ ਵੇਲੇ ਸੇਵਾਵਾਂ ਚੱਲ ਰਹੀਆਂ ਸਨ ਗੋਇੰਦਵਾਲ ਸਾਹਿਬ ਵਿਖੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪਤਨੀ, ਉਹਨਾਂ ਨੇ ਆਖਿਆ ਕਿ ਆਪਣੀ ਬੱਚੀ ਬਾਰੇ ਵੀ ਸੋਚੋ, ਤੁਸੀਂ ਕਿੰਨੇ ਹੀ ਹੋਰ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਾਏ ਨੇ, ਉਹਨਾਂ ਦੇ ਪਰਿਵਾਰ ਵਸਾਏ ਨੇ, ਆਪਣੇ ਧੀ ਦਾ ਤੇ ਖਿਆਲ ਕਰੋ ਨਾ, ਉਹ ਵੀ ਤੇ ਜਵਾਨ ਹੋ ਗਈ ਹੈ। ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਕਿ ਤੁਸੀਂ ਦੱਸੋ, ਆਪਣੀ ਪਤਨੀ ਨੂੰ ਆਖਿਆ ਤੁਸੀਂ ਦੱਸੋ ਕਿੱਦਾਂ ਦਾ ਜਵਾਈ ਚਾਹੁੰਦੇ ਹੋ, ਆਪਣੀ ਬੱਚੀ ਦਾ ਜਿਹੜਾ ਉਹਦਾ ਸਾਥੀ ਹੈ ਕਿੱਦਾਂ ਦਾ ਹੋਣਾ ਚਾਹੀਦਾ, ਕਿਉਂਕਿ ਇੱਕ ਔਰਤ ਤੋਂ ਵੱਧ ਬਿਹਤਰ ਹੋਰ ਕੋਈ ਨਹੀਂ ਇਹ ਗੱਲ ਜਾਣ ਸਕਦਾ। ਉਹਦਾ ਆਪਣਾ ਇੱਕ ਤਜਰਬਾ ਨਿੱਜੀ, ਉਹਨੇ ਆਪਣੇ ਪਤੀ ਨੂੰ ਵੇਖਿਆ, ਆਪਣੇ ਪਿਤਾ ਨੂੰ ਵੇਖਿਆ, ਆਪਣੀ ਔਲਾਦ, ਆਂਢ ਗੁਆਂਢ, ਸਮਾਜ ਨੂੰ ਵੇਖਿਆ, ਉਹਨੂੰ ਤਜਰਬਾ ਜ਼ਿਆਦਾ ਹੁੰਦਾ ਹੈ। ਤੁਸੀਂ ਦੱਸੋ ਕਿੱਦਾਂ ਦਾ ਤੁਹਾਡੇ ਧੀ ਦਾ ਵਰ ਲੱਭਿਆ ਜਾਵੇ। ਤੇ ਇਤਿਹਾਸਕਾਰਾਂ ਨੇ ਆਖਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪਤਨੀ ਨੇ ਆਖਿਆ, ਭਾਈ ਜੇਠਾ ਜੀ ਕਿਉਂਕਿ ਉੱਥੇ ਹੀ ਰਹਿੰਦੇ ਸਨ, ਸੇਵਾ ਕਰਦੇ ਸਨ, ਹੁਣ ਸਿਰ ਤੇ ਨਾ ਉਹਨਾਂ ਦੇ ਮਾਤਾ ਨਾ ਪਿਤਾ, ਉਹ ਚੜ੍ਹਾਈ ਕਰ ਚੁੱਕੇ ਸਨ। ਆਮ ਤੌਰ ਤੇ ਜਿਨ੍ਹਾਂ ਦੇ ਮਾਪੇ ਸਿਰ ਤਾਂ ਨਾ ਹੁਣ ਲੋਕੀ ਉਹਨਾਂ ਨੂੰ ਯਤੀਮ ਕਹਿੰਦੇ ਨੇ, ਇਹ ਯਤੀਮ ਬੱਚਾ ਹੈ। ਰਿਸ਼ਤੇਦਾਰ ਵੀ ਬਾਤ ਨਹੀਂ ਪੁੱਛਦੇ, ਤੇ ਬਹੁਤਾ ਵੱਡਾ ਕੋਈ ਕਾਰੋਬਾਰ ਵੀ ਨਹੀਂ ਹੈਗਾ, ਸਰਕਾਰੀ ਦਰਬਾਰੇ ਵੀ ਕੋਈ ਪਹੁੰਚ ਨਹੀਂ ਹੈਗੀ, ਸਧਾਰਨ ਸਿੰਪਲ ਜ਼ਿੰਦਗੀ, ਬਿਲਕੁਲ ਸਿੰਪਲ ਲਾਈਫ ਹੈ ਉਹਨਾਂ ਦੀ। ਇੱਥੋਂ ਤੱਕ ਜ਼ਿਕਰ ਹੈ ਕਿ ਉਹ ਘੁੰਗੜੀਆਂ ਵੇਚ ਕੇ ਉਹ ਆਪਣਾ ਪਰਿਵਾਰ ਚਲਾਉਂਦੇ ਨੇ। ਕਈ ਘੁੰਗੜੀਆਂ ਛੋਲਿਆਂ ਨੂੰ ਕਹਿ ਦਿੰਦੇ ਨੇ, ਵੈਸੇ ਕਈਆਂ ਨੇ ਲਿਖਿਆ ਹੋਇਆ ਕਿ ਕਣਕ ਨੂੰ ਭੁੰਨ ਕੇ ਉਹਦੇ ਵਿੱਚ ਗੁੜ ਪਾਇਆ ਜਾਂਦਾ ਸੀ, ਉਹਨੂੰ ਘੁੰਗੜੀਆਂ ਕਿਹਾ ਜਾਂਦਾ ਸੀ। ਸੋ ਇੱਕ ਸਵੀਟ ਡਿਸ਼ ਆਪਣੇ ਆਪ ਦੇ ਵਿੱਚ ਉਸ ਵੇਲੇ ਉਹ ਸੇਲ ਕਰਦੇ ਨੇ, ਆਪਣਾ ਘਰ ਚੱਲਦਾ, ਕਿਰਤ ਕਰਦੇ ਨੇ। ਜਿਸ ਵੇਲੇ ਪੁੱਛਿਆ ਕਿੱਦਾਂ ਦਾ ਵਰ ਚਾਹੀਦਾ, ਤੇ ਉਹਨਾਂ ਨੇ ਆਖਿਆ ਉਂਗਲ ਕਰਕੇ, ਇਹ ਸਾਹਮਣੇ ਸਨ ਭਾਈ ਜੇਠਾ ਜੀ, ਭਾਈ ਜੇਠਾ ਜੀ ਵਰਗਾ ਹੋਵੇ। ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਪਰ ਭਾਈ ਜੇਠੇ ਵਰਗਾ ਤੇ ਭਾਈ ਜੇਠਾ ਹੀ ਹੋਏਗਾ ਨਾ, ਦੂਜਾ ਤੇ ਹੂਬਹੂ ਦੇ ਵਰਗਾ ਨਹੀਂ ਨਾ ਲਿਆਇਆ ਜਾ ਸਕਦਾ, ਇਹ ਤੇ ਫਿਰ ਇਹੀ ਹੈ। ਹੁਣ ਸੁਭਾਵਿਕ ਗੱਲ ਹੈ, ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ ਸੀ ਕਿ ਕੋਈ ਸਾਹਮਣੇ ਆਇਆ ਤੇ ਆਪਣੀ ਧੀ ਦਾ ਪੱਲਾ ਉਹਦੇ ਨਾਲ ਫੜਾ ਕੇ ਤੋੜ ਦਿੱਤਾ, ਇਦਾਂ ਤਾਂ ਨਹੀਂ ਨਾ ਹੋ ਸਕਦਾ। ਮਹਾਰਾਜ ਜਾਣਦੇ ਨੇ, ਭਾਈ ਜੇਠਾ ਜੀ ਦੇ ਗੁਣ ਜਾਣਦੇ ਨੇ, ਉਹਨਾਂ ਦੀ ਲਿਆਕਤ, ਉਹਨਾਂ ਦੀ ਕਾਬਲੀਅਤ ਤੋਂ ਮਹਾਰਾਜ ਚੰਗੀ ਤਰ੍ਹਾਂ ਜਾਣੂ ਨੇ ਕਿ ਉਹਨਾਂ ਦੇ ਅੰਦਰ ਕਿਹੜੇ ਕਿਹੜੇ ਗੁਣ ਨੇ। ਇੱਥੋਂ ਤੱਕ ਕਿ ਜਦੋਂ ਗੁਰਿਆਈ ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਨੇ ਦਿੱਤੀ ਹੈ, ਉਹ ਸਿੱਖ ਵਕਤ ਦੇ ਅੰਦਰ ਜਦੋਂ ਸਿੱਖੀ ਪੀਰੀਅਡ ਚੋਂ ਲੰਘ ਰਹੇ ਨੇ, ਉਹਨਾਂ ਨੇ ਕੀਰਤਨ ਸਿੱਖਿਆ, ਰਾਗ ਸਿੱਖੇ ਨੇ। ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਦੀ ਅਗਰ ਰਾਗਾਂ ਦੇ ਵਿੱਚ ਬਾਣੀ ਹੈ ਤੇ ਗੁਰੂ ਰਾਮਦਾਸ ਮਹਾਰਾਜ ਦੀ 30 ਰਾਗਾਂ ਦੇ ਵਿੱਚ ਬਾਣੀ ਹੈ। 31 ਰਾਗ ਕੁੱਲ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਿਰ ਤੇ ਮਾਂ-ਬਾਪ ਵੀ ਨਹੀਂ ਹੈਗੇ, ਕੋਈ ਰਿਸ਼ਤੇਦਾਰ ਨਹੀਂ ਬਾਤ ਪੁੱਛਦਾ। ਕਿੰਨੀ ਲਿਆਕਤ ਲਈ ਹੋਏਗੀ, ਕਿੰਨਾ ਗੁਣ ਸਿੱਖਿਆ ਹੋਏਗਾ ਉਹਨਾਂ ਨੇ। ਗੁਰਦੁਆਰੇ ਗੁਰੂ ਦੇ ਦਰ ਤੇ ਰਹਿ ਕੇ ਸੇਵਾਵਾਂ ਸਿੱਖੀਆਂ, ਪਲਾਨਿੰਗ ਸਿੱਖੀ ਉਹਨਾਂ ਨੇ, ਕਿਵੇਂ ਸੇਵਾਵਾਂ ਕਰੀਦੀਆਂ ਨੇ, ਲੀਡਰਸ਼ਿਪ ਦਾ ਗੁਣ ਸਿੱਖਿਆ ਹੋਏਗਾ। ਗੁਰਿਆਈ ਕੋਈ ਏਦਾਂ ਵੇਖ ਕੇ ਥੋੜਾ ਦੇ ਦਿੱਤੀ ਮਹਾਰਾਜ ਜੀ ਨੇ, ਕੋਈ ਜਾਣ ਪਛਾਣ, ਕੋਈ ਰਿਸ਼ਤੇਦਾਰੀਆਂ ਵੇਖ ਕੇ ਦੇ ਦਿੱਤੀ ਹੈ। ਬਾਕੀ ਪਾਤਸ਼ਾਹ ਦੀ ਤੁਸੀਂ ਵੇਖੋ, ਉਹਨਾਂ ਨੇ ਆਪਣੇ ਧੀਆਂ ਪੁੱਤਰਾਂ ਤੋਂ ਇਲਾਵਾ ਉਹਨਾਂ ਨੇ ਸਿੱਖ ਨੂੰ ਦਰਜਾ ਦਿੱਤਾ, ਸਿੱਖ ਵੇਖਿਆ ਅੰਦਰੋਂ ਦੀ। ਭਾਈ ਲਹਿਣਾ ਕੋਈ ਗੁਰੂ ਨਾਨਕ ਸਾਹਿਬ ਦਾ ਰਿਸ਼ਤੇਦਾਰ ਥੋੜਾ ਹੈ। ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਇੱਕ ਸਿੱਖ ਵੇਖਿਆ ਉਹਨਾਂ ਨੇ, ਇੱਕ ਗੁਣਵਾਨ ਵੇਖਿਆ, ਲਿਆਕਤ ਵੇਖੀ ਹੈ, ਮਲਟੀ ਗੁਣ ਵੇਖੇ ਨੇ ਮਹਾਰਾਜ ਜੀ ਨੇ। ਆਪਣੀ ਧੀ ਦਾ ਆਨੰਦ ਕਾਰਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨਾਲ ਕਰਕੇ ਇੱਕ ਬੜੀ ਵੱਡੀ ਉਦਾਹਰਨ ਸਿਰਜ ਦਿੱਤੀ।
ਜਾਣੋ ਜੋਤ ਨਾ ਪੁੱਛੋ ਜਾਤੀ। ਜੇ ਸਾਡੇ ਸਮਾਜ ਵਿੱਚ ਇਦਾਂ ਹੋਵੇ, ਜਾਤ ਬਿਰਾਦਰੀਆਂ ਤੋਂ, ਜਾਤ ਪ੍ਰਥਾ ਤੋਂ ਉੱਪਰ ਉੱਠ ਕੇ ਅਸੀਂ ਲਿਆਕਤ ਤਾਲੀਮ ਲੱਭਣ ਤੁਰ ਪਈਏ, ਤੇ ਇਹ ਸਮੱਸਿਆਵਾਂ ਆਪਣੇ ਆਪ ਹੌਲੀ ਹੌਲੀ ਕਰਕੇ ਖਤਮ ਹੋਣਗੀਆਂ ਸਮਾਜ ਵਿੱਚੋਂ। ਸੋ ਇਹ ਬਾਣੀ ਦਾ ਦਿੱਤਾ ਹੋਇਆ ਗਿਆਨ ਹੈ, ਸਮਝ ਹੈ, ਇੱਕ ਸੋਝੀ ਹੈ। ਸੋ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਹੈ ਜਿਹਦੇ ਕੋਲੇ ਸੂਝ ਬੂਝ ਹੈ, ਇਹ ਗਿਆਨ ਹੈ। ਹੁਣ ਇਸ ਸ਼ਲੋਕ ਵਿੱਚ ਮਹਾਰਾਜ ਨੇ ਉਹਦੀ ਵਿਆਖਿਆ ਦਿੱਤੀ ਹੈ ਕਿ ਗਿਆਨੀ ਕੌਣ ਹੈ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਭੈ ਦਾ ਅਰਥ ਹੁੰਦਾ ਹੈ ਡਰ। ਗੁਰਬਾਣੀ ਦਾ ਧਿਆਨ ਨਾਲ ਅਧਿਐਨ ਕਰੀਏ, ਡਰ ਸ਼ਬਦ ਜਿਹੜਾ ਹੈ ਬਾਣੀ ਦੇ ਵਿੱਚ ਡੱਡਾ ਤੇ ਰਾਰਾ ਡਰ ਸ਼ਬਦ ਵੀ ਆਇਆ। ਡਰ ਡਰ ਡਰਨਾ ਮਨ ਕਾ ਸ਼ੋਰ, ਡਰ ਸ਼ਬਦ ਵੀ ਹੈ, ਭੈ ਲਫ਼ਜ਼ ਵੀ ਹੈ, ਭਉ ਵੀ ਹੈ। ਭਉ ਦਾ ਅਰਥ ਵੀ ਡਰ ਹੁੰਦਾ, ਪਰ ਜਿੱਥੇ ਬਾਣੀ 'ਚ ਭਉ ਸ਼ਬਦ ਆਇਆ ਉਹਦਾ ਅਰਥ ਹੈ ਪ੍ਰੇਮ, ਪਿਆਰ। ਤੁਸੀਂ ਲਾਵਾਂ ਦਾ ਪਾਠ ਕਰੋ, ਉੱਥੇ ਮਹਾਰਾਜ ਨੇ ਆਖਿਆ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਨਿਰਮਲ ਭਉ, ਡਰ ਤਾਂ ਹੈ ਪਰ ਨਿਰਮਲ ਭਉ, ਅਕਾਲ ਪੁਰਖ ਵਾਹਿਗੁਰੂ ਦਾ ਨਿਰਮਲ ਭਉ ਬੰਦਾ ਜਦੋਂ ਕਬੂਲ ਕਰਦਾ, ਆਪਣੇ ਅੰਦਰ ਉਹਨੇ ਕਿਸੇ ਦਾ ਇੱਕ ਭੈ ਡਰ ਕਬੂਲ ਕੀਤਾ ਹੋਇਆ। ਉਹ ਭੈ ਕੀ ਹੈ ਕਿ ਮੈਨੂੰ ਕੋਈ ਵਿੰਦਾ ਹੈ, ਮੇਰੇ ਕਰਮਾਂ ਨੂੰ ਕੋਈ ਨੋਟ ਕਰਦਾ, ਕੋਈ ਹੈ ਇਹੋ ਜਿਹਾ ਜਿਹੜਾ ਸਮਾਜ ਚਲਾ ਰਿਹਾ, ਕੁਦਰਤ ਨੂੰ ਚਲਾਉਂਦਾ ਹੈ। ਇੱਕ ਭੈ ਹੈ ਮਨ ਦੇ ਅੰਦਰ। ਜਦੋਂ ਨਿਰਮਲ ਭਉ ਬੰਦਾ ਕਬੂਲ ਕਰਦਾ ਹੈ ਨਾ, ਉਦੋਂ ਆ ਬਾਹਰ ਦੇ ਜਿਹੜੇ ਨਿੱਕੇ ਮੋਟੇ ਡਰ ਨੇ ਇਹਨਾਂ ਵਿੱਚੋਂ ਉਦਾਂ ਹੀ ਨਿਕਲ ਜਾਂਦਾ। ਸਤਿਗੁਰੂ ਨੇ ਵੇਖੋ ਬਾਣੀ 'ਚ ਆਖਿਆ ਨਾ, ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਦਾ ਅਰਥ ਹੈ ਅਕਾਲ ਪੁਰਖ ਜਿਹੜਾ ਭਉ ਤੋਂ ਰਹਿਤ ਹੈ। ਮੰਗਲਾਚਰਨ ਮੂਲ ਮੰਤਰ 'ਚ ਪੜ੍ਹਦੇ ਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਹ ਦੋਵੇਂ ਨਾਲ ਨਾਲ ਨਿਰਭਉ ਨਿਰਵੈਰ, ਇਹਨਾਂ ਦੋਨਾਂ ਦੇ ਅਰਥ ਅਗਰ ਤੁਸੀਂ ਇੱਕੋ ਹੀ ਸੁਰ 'ਚ ਕਰਕੇ ਵੇਖੋ ਤੇ ਬੜਾ ਚੰਗਾ ਖਿਆਲ ਸਾਹਮਣੇ ਆਉਂਦਾ। ਨਿਰ ਦਾ ਅਰਥ ਹੁੰਦਾ ਰਹਿਤ, ਭਉ ਦਾ ਅਰਥ ਹੈ ਡਰ, ਡਰ ਤੋਂ ਰਹਿਤ, ਵੈਰ ਤੋਂ ਰਹਿਤ, ਨਿਰਵੈਰ। ਕਿਉਂਕਿ ਜਿਹੜਾ ਨਿਰਭਉ ਹੈ ਉਹ ਇੱਕ ਹੈ, ਇੱਕ ਓੰਕਾਰ। ਉਹ ਡਰੇ ਵੀ ਕਿਹਦੇ ਤੋਂ? ਹਮੇਸ਼ਾ ਬੰਦਾ ਡਰਦਾ ਹੀ ਦੂਸਰੇ ਤੋਂ ਹੈ, ਦੂਜੇ ਤੋਂ ਡਰੇਗਾ। ਤੇ ਵੈਰ ਵੀ ਉਹਨੇ ਦੂਜੇ ਨਾਲ ਹੀ ਰੱਖਣਾ। ਜਦੋਂ ਕੋਈ ਦੂਜੀ ਚੀਜ਼ ਹੀ ਨਹੀਂ ਹੈਗੀ ਪਰਮੇਸ਼ਵਰ ਤੋਂ ਇਲਾਵਾ, ਤੇ ਉਹ ਡਰੇ ਕਿਹਦੇ ਨਾਲ? ਕਿਹਦੇ ਤੋਂ ਡਰੇ, ਕਿਹਨੂੰ ਡਰਾਏ, ਤੇ ਵੈਰ ਕਿਹਦੇ ਨਾਲ ਕਰੇ? ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਮੰਨਣਾ ਕਿ ਉਹ ਜਦੋਂ ਇੱਕ ਹੈ, ਇੱਕ ਸਰੂਪ 'ਚ ਹੈ, ਫਿਰ ਉਹ ਨਿਰਭਉ ਤੇ ਨਿਰਵੈਰ ਸਰੂਪ ਦੇ ਵਿੱਚ ਹੀ ਹੈ। ਨਾ ਡਰਦਾ ਨਾ ਕਿਸੇ ਨਾਲ ਵੈਰ ਭਾਵਨਾ ਰੱਖਦਾ, ਸਭ ਵਿੱਚ ਇੱਕ ਸੁਰਤ ਹੈ ਉਹਦੇ ਲਈ। ਸਾਰੇ ਫਿਰ ਇੱਕ ਬਰਾਬਰ ਹੀ ਨੇ, ਇਕੁਅਲ ਹੀ ਨੇ ਸਾਰੇ। ਕੋਈ ਉੱਤਮ ਤੇ ਨੀਚ ਦਾ ਦਰਜਾ ਹੀ ਨਹੀਂ ਰਹਿ ਜਾਂਦਾ ਉੱਥੇ। ਤੇ ਜਿਨੇ ਨਿਰਭਉ ਨੂੰ ਜਪਿਆ, ਦ੍ਰਿੜ ਕੀਤਾ, ਨਿਰਭਉ ਜਪੈ ਸਗਲ ਭਉ ਮਿਟੈ। ਆ ਹੁਣੇ ਬਾਣੀ 'ਚ ਪੜ੍ਹ ਕੇ ਹਟਿਓ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਭਉ ਡਰ ਮੁੱਕੇ ਨੇ ਜਦੋਂ ਨਿਰਭਉ ਨੂੰ ਜਪਿਆ। ਅੰਦਰ ਕੁਝ ਨਿਰਭੈਤਾ ਦ੍ਰਿੜ ਹੁੰਦੀ ਹੈ ਜਦੋਂ ਉਹ ਕਿਸੇ ਇੱਕ ਦਾ ਸੰਕਲਪ ਲੈ ਕੇ ਤੁਰਦਾ। ਨਿੱਕੀਆਂ ਮੋਟੀਆਂ ਚੀਜ਼ਾਂ ਤੋਂ ਫਿਰ ਉਹ ਖੌਫ ਨਹੀਂ ਖਾਂਦਾ। ਹੁਣ ਜਿਨ੍ਹਾਂ ਨੇ ਮੁਬਾਰਕ ਸ਼ਲੋਕ ਉਚਾਰਨ ਕੀਤਾ ਹੈ, ਮਹਾਰਾਜ ਦਾ ਆਪਣਾ ਜੀਵਨ ਦਾ ਇੱਕ ਪ੍ਰੈਕਟੀਕਲ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦਾ ਸਮੁੱਚਾ ਜੀਵਨ ਹੀ ਤੁਸੀਂ ਗੌਰ ਨਾਲ ਵੇਖੋ, ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਕਿਤੇ ਕੋਈ ਡਰ ਨਾਂ ਦੀ ਚੀਜ਼ ਆਈ ਹੋਵੇ। ਪਹਿਲਾ ਨਾਮ ਉਹਨਾਂ ਦਾ ਹੈ ਤਿਆਗਮਲ। ਜਦੋਂ ਉਹਨਾਂ ਦਾ ਨਾਮ ਤੇਗ ਬਹਾਦਰ ਪੈਂਦਾ ਤੇ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਡਰ ਨੂੰ, ਖੌਫ ਨੂੰ ਪਾਸੇ ਲਾ ਕੇ ਜੰਗੇ ਮੈਦਾਨ ਦੇ ਵਿੱਚ ਹਿੱਸਾ ਲਿਆ ਸੀ। ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਚੌਥੀ ਜੰਗ ਦੇ ਵਿੱਚ ਉਹਨਾਂ ਨੇ ਗੁਰਸਿੱਖਾਂ ਦੇ ਨਾਲ ਮੋਢਾ ਲਾ ਕੇ ਜਦੋਂ ਜੰਗ ਫਤਿਹ ਕੀਤੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਾਬਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਇੱਕ ਰੈਂਕ ਦਿੱਤਾ, ਇੱਕ ਖਿਤਾਬ ਦਿੱਤਾ, ਤੁਸੀਂ ਤਿਆਗਮਲ ਨਹੀਂ, ਅੱਜ ਤੋਂ ਬਾਅਦ ਹਰ ਸਿੱਖ ਗੁਰਸਿੱਖ ਤੁਹਾਨੂੰ ਤੇਗ ਬਹਾਦਰ ਕਹੇਗਾ। ਕਿਉਂਕਿ ਤੇਗ ਦਾ ਉਹਨਾਂ ਨੇ ਜੌਹਰ ਦਿਖਾਇਆ, ਤੇਗ ਬਹਾਦਰੀ ਦਾ ਲਕਬ ਮਿਲਿਆ ਉਹਨਾਂ ਨੂੰ, ਡਰ ਤੋਂ ਰਹਿਤ ਹੋ ਕੇ। ਜਦੋਂ ਸ਼ਹਾਦਤ ਦੀ ਤੁਸੀਂ ਗੱਲ ਪੜੋ 1675 ਦੇ ਵਿੱਚ,
ਤੇ ਮਹਾਰਾਜ ਡਰੇ ਤੇ ਘਬਰਾਏ ਨਹੀਂ ਨਾ ਅਨੰਦਪੁਰ ਸਾਹਿਬ ਤੋਂ ਤੁਰਨ ਲੱਗੇ ਕਿ ਉੱਥੇ ਹੋਏਗਾ ਕੀ। ਜਦੋਂ ਉੱਥੇ ਵਾਰਤਾਲਾਪ ਹੋਈਆਂ, ਕਾਜ਼ੀ ਅਬਦੁਲ ਵਹਾਬ ਹੋਰਾਂ ਨਾਲ ਬੜੀ ਲੰਮੀ ਚਰਚਾ ਹੋਈ। ਜਿਹੜੇ ਔਰੰਗਜ਼ੇਬ ਦੇ ਕਰਿੰਦੇ ਸਨ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਕਿ ਆਖਿਰ ਜਿਨ੍ਹਾਂ ਦੇ ਤੁਸੀਂ ਦੁਸ਼ਮਣ ਬਣੇ ਹੋਏ ਹੋ, ਤੁਸੀਂ ਕਾਰਨ ਦੱਸ ਸਕਦੇ ਹੋ ਕਿ ਤੁਸੀਂ ਇਸਲਾਮ ਨੂੰ ਫੈਲਾਉਣਾ ਕਿਉਂ ਚਾਹੁੰਦੇ ਹੋ ਤੇ ਇਹਨਾਂ ਨੂੰ ਮਾਰਨਾ ਕਿਉਂ ਚਾਹੁੰਦੇ ਹੋ, ਮਸਲਾ ਕੀ ਹੈ ਆਖਿਰ। ਇਹ ਸਾਰੀ ਗੱਲ ਮਹਾਰਾਜ ਨੇ ਜਦੋਂ ਸਾਂਝੀ ਕੀਤੀ, ਅਗਲਿਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਹੈਗੇ, ਸਾਡਾ ਭੈ ਕਬੂਲ ਨਹੀਂ ਕਰਦੇ। ਸਰਕਾਰ ਕੋਲ ਦੋ ਹੀ ਤਰੀਕੇ ਹੁੰਦੇ ਨੇ, ਜਾਂ ਤੇ ਉਹ ਪਹਿਲਾਂ ਆਫਰ ਕਰਨਗੇ, ਲਾਲਚ ਦੇਣਗੇ, ਨਹੀਂ ਤਾਂ ਫਿਰ ਉਹਨਾਂ ਨੇ ਡਰ ਪਾਉਣਾ ਹੀ ਪਾਉਣਾ। ਕਿਸੇ ਨਾ ਕਿਸੇ ਕਿਸਮ ਦਾ ਉਹਨਾਂ ਨੇ ਪਰਿਵਾਰ ਨੂੰ ਖਤਰੇ ਦੇ ਵਿੱਚ ਦਿਖਾਣਾ ਹੈ, ਤੁਹਾਡਾ ਫਿਊਚਰ ਖਤਰੇ 'ਚ ਦਿਖਾਣਾ ਹੈ, ਤੁਹਾਡੇ ਜਿਸਮ ਨੂੰ ਖਤਮ ਕਰਨ ਦੇ ਉਹਨਾਂ ਨੇ ਡਰ ਖੌਫ ਦੇਣੇ ਨੇ। ਮਹਾਰਾਜ ਇਹਦੇ ਤੋਂ ਕਿਤੇ ਉੱਤੇ ਨੇ। ਕਿਸੇ ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਲਿਖੇ, ਹੁਣ ਇਹ ਗੁਰਬਾਣੀ ਤਾਂ ਨਹੀਂ, ਪਰ ਉਹ ਕਹਿੰਦਾ ਇੱਕ ਖਿਆਲ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਦੋਂ ਜਲਾਦ ਜਲਾਲੂਦੀਨ ਸ਼ਹੀਦ ਕਰਨ ਲੱਗਾ, ਔਰ ਇਤਿਹਾਸ ਵਿੱਚ ਤੁਸੀਂ ਪੜੋਗੇ ਜਲਾਲੂਦੀਨ ਸਮਾਣੇ ਦਾ ਰਹਿਣ ਵਾਲਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਤਮਾਮ ਇਲਾਕੇ ਜਿੱਤੇ, ਉੱਥੇ ਸਮਾਣੇ ਤੇ ਵੀ ਹਮਲਾ ਕੀਤਾ, ਸਮਾਣਾ ਉਜਾੜ ਹੀ ਦਿੱਤਾ, ਕਿਉਂਕਿ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੂਦੀਨ ਰਹਿੰਦਾ ਹੈ। ਗੁਰੂ ਮਹਾਰਾਜ ਜੀ ਨੂੰ ਜਦੋਂ ਉਹ ਭੈ ਦਿੰਦਾ ਹੈ ਕਿ ਇਹ ਤਿੱਖੀ ਕਿਰਪਾਨ ਮੇਰੇ ਹੱਥ 'ਚ ਫੜੀ ਹੈ, ਇਹ ਤੇਗ, ਇਹ ਜਦੋਂ ਇੱਕ ਵਾਰ ਹੋਏਗਾ ਤੁਹਾਡੇ ਧਰਨ ਨਾਲੋਂ ਸਿਰ ਜਿਹਦਾ ਹੈ ਉਹ ਕੱਟ ਕੇ ਪਰਾਂ ਡਿੱਗ ਜਾਣਾ, ਇੱਕੋ ਹੀ ਵਾਰ ਦੇ ਵਿੱਚ। ਉੱਥੇ ਉਹ ਵਿਦਵਾਨ ਕਹਿੰਦਾ ਕਿ ਮਹਾਰਾਜ ਨੇ ਆਖਿਆ, ਕਹਿੰਦੇ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਮੈਨੂੰ ਤਾਂ ਸਮਾਜ ਤੇਗ ਬਹਾਦਰ ਕਹਿੰਦਾ ਹੈ, ਮੈਂ ਤਾਂ ਤੇਗ ਦੀ ਬਹਾਦਰੀ ਦੇ ਜ਼ੋਰ ਨਾਲ ਇਹ ਸ਼ਬਦ ਲਿਆ, ਤੇ ਮੈਂ ਤੇਗ ਚਲਾਉਣ ਦੇ ਵਿੱਚ ਹੀ ਬਹਾਦਰ ਨਹੀਂ। ਅੱਜ ਦੁਨੀਆ ਵੇਖੇਗੀ ਤੂੰ ਤੇਗ ਚਲਾ ਤੇ ਮੈਂ ਅਡੋਲ ਤੇਰੀ ਤੇਗ ਦੇ ਸਾਹਮਣੇ ਖੜ ਜਾਵਾਂਗਾ। ਤੇਗ ਬਹਾਦਰੀ ਹੈ। ਮਹਾਰਾਜ ਕਹਿੰਦੇ ਨੇ ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ, ਮੇਰੇ ਬਾਪੂ ਨੇ ਪੈਨੀਆਂ ਦੋ ਤੇਗਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਤੇਗ ਇਹ ਹੈ ਤੇ ਇੱਕ ਤੇਗ ਤੇਰੇ ਹੱਥ 'ਚ ਫੜੀ ਹੈ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ। ਮਹਾਰਾਜ ਕਹਿੰਦੇ ਨੇ ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਸਮੇਂ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੇ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ। ਅਜੇ ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਤੇਗ ਚਲਦੀ ਕਿੱਦਾਂ ਤੇ ਤੇਗ ਵਾਈ ਕਿੱਦਾਂ ਜਾਂਦੀ। ਇਹ ਤੇ ਸਿਰਫ ਜ਼ੁਲਮ ਕਰਨ ਲਈ ਤੁਸੀਂ ਰੱਖੀ ਹੈ। ਇਸੇ ਕਰਕੇ ਗੁਰਮਤ ਵਿੱਚ, ਗੁਰਮਤ ਪ੍ਰਣਾਲੀ ਦੇ ਵਿੱਚ ਸ਼ਬਦ ਦਿੱਤਾ ਗਿਆ, ਹਥਿਆਰ ਉਦਾਂ ਦਾ ਹੀ ਹੈ ਲੋਹੇ ਦਾ, ਪਰ ਅਸੀਂ ਉਹਨੂੰ ਕਿਰਪਾਨ ਕਿਹਾ। ਉਹਦੇ ਸਟਰਕਚਰ ਵਿੱਚ, ਉਹਦੀ ਬਣਤਰ 'ਚ ਫਰਕ ਨਹੀਂ ਪੈ ਜਾਂਦਾ, ਉਹਦੀ ਵਰਤੋਂ ਦੇ ਵਿੱਚ ਫਰਕ ਪੈਂਦਾ। ਫਰਕ ਇੱਥੇ ਪੈਂਦਾ ਜਾ ਕੇ, ਉਹ ਤੇ ਲੋਹੇ ਦਾ ਹੀ ਰਹੇਗਾ। ਉਹਨੂੰ ਕਿਰਪਾ ਆਨ ਇਸ ਕਰਕੇ ਕਿਹਾ, ਉਹ ਕਿਸੇ ਦੇ ਉੱਤੇ ਕਿਰਪਾ ਲਈ ਉੱਠੇਗੀ, ਮਦਦ ਲਈ ਉੱਠੇਗੀ, ਕਿਰਪਾਨ। ਤੇ ਜਿਹੜੇ ਜ਼ਾਲਮ ਦੇ ਹੱਥ ਵਿੱਚ ਆਏਗੀ, ਜ਼ੁਲਮ ਕਰੇਗੀ, ਉਹਨੂੰ ਤਲਵਾਰ ਕਿਹਾ ਜਾਂਦਾ। ਕਿਉਂ? ਤਲ ਦਾ ਅਰਥ ਹੁੰਦਾ ਤਲੇ, ਹੇਠਾਂ, ਜਿਹੜਾ ਤੁਹਾਡੇ ਤੋਂ ਹੇਠਾਂ ਹੈ ਉਹਦੇ ਤੇ ਵਾਰ ਕਰਨ ਵਾਸਤੇ, ਤਲੇ ਵਾਰ। ਆਪਣੇ ਤੋਂ ਉੱਤੇ ਵਾਲੇ ਵਾਸਤੇ ਤੇ ਤਲਵਾਰਾਂ ਖੁੰਡੀਆਂ ਪੈ ਜਾਂਦੀਆਂ ਨੇ। ਜਿਹੜਾ ਕਮਜ਼ੋਰ ਹੈ ਉਹਦੇ ਉੱਤੇ ਬੰਦਾ ਚੁੱਕਦਾ। ਮਹਾਰਾਜ ਕਹਿੰਦੇ ਨੇ ਜਿਹੜਾ ਡਿੱਗਿਆ ਹੋਇਆ ਹੈ ਉਹਦੇ ਉੱਤੇ ਹੀ ਛਾਂ ਕਰਨ ਲਈ ਇੱਕ ਕਿਰਪਾਨ ਬਣਨੀ ਚਾਹੀਦੀ ਹੈ। ਸੋਚ ਬਦਲੀ ਹੈ, ਵਰਤਨ ਦਾ ਢੰਗ ਆਪ ਹੀ ਬਦਲ ਜਾਏਗਾ। ਸੋ ਗੁਰੂ ਮਹਾਰਾਜ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ, ਗਿਆਨੀ ਉਹ ਹੈ ਜਿਹੜਾ ਨਾ ਤੇ ਕਿਸੇ ਨੂੰ ਭੈ ਦਿੰਦਾ। ਭੈ ਕਾਹੂ ਕੋ, ਕੋ ਦਾ ਅਰਥ ਹੈ ਕਿਸੇ ਨੂੰ, ਨਾ ਡਰ ਦਿੰਦਾ, ਕਿਸੇ ਕਿਸਮ ਦਾ ਡਰ ਨਹੀਂ ਦਿੰਦਾ। ਭੈ ਕਾਹੂ ਕੋ ਦੇਤ ਨਹਿ, ਨਹੀਂ ਦਿੰਦਾ। ਨਹਿ ਭੈ ਮਾਨਤ ਆਨ, ਕਿਸੇ ਦਾ ਡਰ ਕਬੂਲ ਵੀ ਨਹੀਂ ਕਰਦਾ। ਕੋਈ ਡਰਾਉਣ ਦੀ ਕੋਸ਼ਿਸ਼ ਕਰੇ, ਕੋਈ ਧਮਕਾਉਣ ਦੀ ਕੋਸ਼ਿਸ਼ ਕਰੇ, ਉਹਦਾ ਮਨ ਨਿਰਭਉ ਨਾਲ ਜੁੜਿਆ ਹੋਇਆ, ਇੰਨੇ ਉੱਚੇ ਸੁਰ 'ਚ ਜੀ ਰਿਹਾ ਹੁੰਦਾ, ਉਹ ਨਿੱਕੇ ਮੋਟੇ ਖੌਫ ਨੂੰ ਤੁੱਛ ਸਮਝਦਾ, ਕੁਝ ਨਹੀਂ ਜਾਣਦਾ।
ਸਾਰਾ ਸਿੱਖ ਇਤਿਹਾਸ ਤੁਸੀਂ ਵੇਖ ਲਓ, ਇਸੇ ਵਿਚਾਰਧਾਰਾ ਦੇ ਉੱਤੇ ਖੜਾ ਹੈ। ਤੁਸੀਂ ਅਰਦਾਸ ਵਿੱਚ ਜਿਨ੍ਹਾਂ ਜਿਨ੍ਹਾਂ ਦਾ ਵੀ ਜ਼ਿਕਰ ਕਰਦੇ ਜਾਓਗੇ ਨਾ, ਆਪਣੀ ਸੁਰਤ ਦੇ ਅੱਗਿਓਂ ਸਾਰੀ ਤਸਵੀਰ ਕਢਾਓ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਨੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਗੁਰਦੁਆਰਿਆਂ ਦੀ ਸੇਵਾਦਾਰ ਇੱਥੇ ਨਹੀਂ ਕਿ ਝਾੜੂ ਪੋਚੇ ਲਾਉਣ ਲਈ, ਦਰੀਆਂ ਝਾੜਨ ਲਈ, ਚਾਦਰਾਂ ਸਾਫ਼ ਕਰਨ ਲਈ ਇਹਦੇ ਪਿੱਛੇ ਕੁਰਬਾਨੀਆਂ ਦਿੱਤੀਆਂ ਹੋਣਗੀਆਂ। ਇਹਨਾਂ ਲਈ ਕੁਰਬਾਨੀ ਦੀ ਲੋੜ ਨਹੀਂ ਪੈਂਦੀ। ਗੁਰਦੁਆਰਿਆਂ ਦੀ ਸੇਵਾ ਦਾ ਅਰਥ ਹੈ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ, ਗੁਰਦੁਆਰਿਆਂ ਦੇ ਵਿੱਚ ਅਸੂਲ ਤੇ ਸਿਧਾਂਤਾਂ ਦੀ ਪਹਿਰੇਦਾਰੀ ਬਰਕਰਾਰ ਰੱਖਣ ਵਾਸਤੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਪਰ ਉਹਨਾਂ ਨੇ ਆਪਣਾ ਧਰਮ, ਆਪਣਾ ਈਮਾਨ ਨਹੀਂ ਗਵਾਇਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਰਦਾਸ ਵਿੱਚ ਅਸੀਂ ਵਾਹਿਗੁਰੂ ਕਹਿ ਕੇ ਮੰਨੋ ਕਿ ਉਹਨਾਂ ਸਿੰਘਾਂ ਸਿੰਘੜੀਆਂ ਤੇ ਗੁਰਦੁਆਰਿਆਂ ਦੀ ਕੁਰਬਾਨੀ ਦੇ ਜਜ਼ਬੇ ਨੂੰ ਅਸੀਂ ਕਮਿਟਮੈਂਟ ਕਰਕੇ ਕਹਿ ਰਹੇ ਹੁੰਨੇ ਆ ਕਿ ਮੈਂ ਤਿਆਰ ਹਾਂ ਇਹਦੇ ਲਈ। ਮੇਰੇ ਬਜ਼ੁਰਗਾਂ ਨੇ ਜਿੱਦਾਂ ਕੀਤਾ ਤੇ ਮੈਂ ਵੀ ਉਹਦੇ ਲਈ ਪ੍ਰਪੇਅਰ ਹਾਂ। ਉਹ ਅਰਦਾਸ ਬਣੀ ਸਾਡੀ। ਮਹਾਰਾਜ ਕਹਿੰਦੇ ਨੇ ਨਾ ਤੇ ਗਿਆਨਵਾਨ ਗਿਆਨੀ ਪੁਰਖ ਡਰ ਦਿੰਦਾ ਕਿਸ ਨੂੰ ਹੈ, ਤੇ ਨਾ ਹੀ ਕਿਸੇ ਦਾ ਡਰ ਕਬੂਲ ਕਰਦਾ। ਉਹ ਨਿਰਭਉ ਹੋ ਕੇ ਜ਼ਿੰਦਗੀ ਜਿਉਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਮੁਬਾਰਕ ਸ਼ਲੋਕ ਦੀ ਵਿਚਾਰ ਸਾਂਝਿਆਂ ਕਰਦਿਆਂ ਸੁਭਾਵਕ ਕੀ ਭੁੱਲ ਚੁੱਕ ਹੋਈ ਹੋਵੇ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।